ਆਉਣ ਵਾਲੇ ਰਾਸ਼ਟਰਪਤੀ ਦੇ ਚੋਣਾਂ ਦੇ ਲਈ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਜਾਂਤਰਿਕ ਗਠਬੰਧਨ ਨੇ ਝਾਰਖੰਡ ਦੀ ਸਾਬਕਾ ਰਾਜਪਾਲ द्रौपदी मुर्मू ਨੂੰ ਆਪਣਾ ਉਮੀਦਵਾਰ ਬਣਾਇਆ। ਦੱਸ ਦਈਏ ਕਿ ਭਾਜਪਾ ਦੀ ਸੰਸਦੀय ਬੋਰਡ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿੱਤਾ ਗਿਆ। ਰਾਸ਼ਟਰਪਤੀ ਅਹੁਦੇ ਦੇ ਲਈ द्रौपदी मुर्मू ਦੇ ਨਾਮ ਦੀ ਘੋਸ਼ਣਾ ਕਰਦੇ ਹੋਏ ਭਾਜਪਾ ਆਗੂ जेपी नड्डा ने कहा कि पहली बार किसी आदिवासी महिला ਨੂੰ इस तरीके ਦੇ ਨਾਲ ਉਮੀਦਵਾਰ ਬਣਾਇਆ ਗਿਆ। ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਰਾਸ਼ਟਰਪਤੀ ਚੋਣਾਂ ਦੇ ਲਈ द्रौपदी मुर्मू ਨੂੰ एनडीए ਦੇ ਉਮੀਦਵਾਰ ਦੇ ਤੌਰ ਤੇ ਘੋਸ਼ਿਤ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ 64 ਸਾਲਾਂ द्रौपदी मुर्मू ਭਾਰਤ ਦੀ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਆदिवासी महिला ਹੋਣਗੀਆਂ। द्रौपदी मुर्मू ਦਾ ਜਨਮ 20 ਜੂਨ 1958 ਵਿੱਚ ਉੜੀਸਾ ਦੇ ਮਯੂਰਭੰਜ ਜ਼ਿਲ੍ਹੇ ਦੇ ਬੋਦਾਪੋਸੀ ਪਿੰਡ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਬਿਰਚੀ ਨਾਰਾਇਣ ਟੁਡੂ ਹੈ। ਉਹ ਇੱਕ ਆदिवासी ਜਾਤੀ ਪਰਿਵਾਰ ਨੂੰ ਤਾਲੁਕਾਤ ਰੱਖਦੀ ਹੈ। ਉੜੀਸਾ ਦੇ ਆदिवासी ਪਰਿਵਾਰ ਵਿੱਚ ਜਨਮੀ द्रौपदी मुर्मू ਝਾਰਖੰਡ ਦੀ 9ਵੀਂ ਰਾਜਪਾਲ ਬਣੀ ਸੀ। ਦੱਸ ਦਿੰਦੇ ਹਾਂ ਕਿ द्रौपदी मुर्मू ਟ੍ਰਾਈਬਲ ਸਮੁਦਾਇ ਤੋਂ ਆਉਂਦੀ ਹੈ। ਉਹ ਰਾਜਪਾਲ ਬਣਨ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਰਹੀ। ਇਹੀ ਨਹੀਂ, द्रौपदी मुर्मू ਸਾਲ 2000 ਵਿੱਚ ਝਾਰਖੰਡ ਦੀ ਪਹਿਲੀ ਰਾਜਪਾਲ ਬਣੀ। ਉੜੀਸਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਬੀਜੂ ਜਨਤਾ ਦਲ ਗਠਬੰਧਨ ਸਰਕਾਰ ਦੇ ਦੌਰਾਨ ਉਹ 6 ਮਾਰਚ 2000 ਤੋਂ 6 ਅਗਸਤ 2002 ਤੱਕ ਕੈਬਨਿਟ ਮੰਤਰੀ ਵੀ ਰਹੀ। ਮੁਰਮੂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਅਧਿਆਪਕ ਦੇ ਤੌਰ ਤੇ ਕੀਤੀ ਸੀ ਅਤੇ ਉੜੀਸਾ ਦੇ ਵਿੱਚ ਉਹ ਰਾਜਨੀਤੀ ਦੇ ਵਿੱਚ ਆਈ। ਉਸ ਤੋਂ ਬਾਅਦ ਉਹਨਾਂ ਨੂੰ ਭਾਜਪਾ ਨੇ ਟਿਕਟ ਦਿੱਤੀ ਤੇ ਉਹ 2 ਵਾਰ ਵਿਧਾਇਕ ਰਹੀ। ਉਹਨਾਂ ਨੇ ਆਪਣੇ ਪੂਰੇ ਰਾਜਨੀਤਿਕ ਜੀਵਨ ਵਿੱਚ ਪਾਰਟੀ ਦੇ ਅੰਦਰ ਕਈ ਪ੍ਰਮੁੱਖ ਅਹੁਦਿਆਂ ਤੇ ਕੰਮ ਕੀਤਾ। ਮੁਰਮੂ 2013 ਤੋਂ 2015 ਤੱਕ ਭਾਰਤੀ ਜਨਤਾ ਪਾਰਟੀ ਦੀ ਐਸਟੀ ਮੋਰਚੇ ਦੀ ਨੈਸ਼ਨਲ ਕਾਰਜਕਾਰਨੀ ਮੈਂਬਰ ਵੀ ਰਹੀ। ਉਹਨਾਂ ਨੇ 1957 ਦੇ ਵਿੱਚ ਇੱਕ ਪਾਰਸ਼ਦ ਦੇ ਰੂਪ ਦੇ ਵਿੱਚ ਚੋਣਾਂ ਜਿੱਤ ਕੇ ਆਪਣੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਉਸੇ ਸਾਲ ਭਾਜਪਾ ਨੇ ਐਸਟੀ ਮੋਰਚਾ ਦਾ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਵੀ ਬਣਾਇਆ। ਹੁਣ ਦੱਸ ਦਿੰਦੇ ਕਿ ਆਖਿਰ ਭਾਜਪਾ ਦੇ ਲਈ ਕਿਉਂ ਖਾਸ ਹੈ द्रौपदी मुर्मू ਦਾ ਨਾਮ। द्रौपदी मुर्मू ਨੂੰ ਆਪਣਾ ਰਾਸ਼ਟਰਪਤੀ ਉਮੀਦਵਾਰ ਬਣਾ ਕੇ ਭਾਜਪਾ ਨੇ ਇੱਕ ਤੀਰ ਤੋਂ 2 ਨਿਸ਼ਾਨੇ ਸਾਧਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਆदिवासियों ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ ਕਿਉਂਕਿ ਗੁਜਰਾਤ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਵਿੱਚ ਚੋਣਾਂ ਨੇ। ਇਹਨਾਂ ਰਾਜਾਂ ਦੇ ਵਿੱਚ ਆदिवासियों ਦੀ ਅੱਛੀ ਖਾਸੀ ਸੰਖਿਆ ਹੈ। ਇਸ ਕਰਕੇ ਆदिवासी ਵੋਟਰਸ ਪਾਰਟੀ ਦੀ ਯੋਜਨਾ ਦੇ ਲਈ ਕਾਫੀ ਮਹੱਤਵਪੂਰਨ ਹੈ। ਇਸ ਦੇ ਨਾਲ ਹੀ 64 ਸਾਲਾ द्रौपदी ਮਹਿਲਾ ਵੋਟਰਸ ਨੂੰ ਆਪਣੇ ओर ਆਕਰਸ਼ਿਤ ਕਰ ਸਕਦੀ ਹੈ ਤੇ ਇਸ ਕਰਕੇ ਭਾਜਪਾ ਦੇ ਲਈ ਇਹ ਬੇहद ਹੀ ਅਹਿਮ ਉਮੀਦਵਾਰ ਹੈ। ਰਾਸ਼ਟਰਪਤੀ ਚੋਣਾਂ ਦੇ ਲਈ ਵਿਰੋਧੀ ਧਿਰਾਂ ਵੱਲੋਂ ਸੰਯੁਕਤ ਉਮੀਦਵਾਰ ਦੇ ਤੌਰ ਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੂੰ ਮੈਦਾਨ ਤੇ ਉਤਾਰਿਆ ਗਿਆ ਹੈ। ਮੌਜੂਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਵਿਰੋਧੀ ਉਮੀਦਵਾਰ ਦੇ ਰੂਪ ਦੇ ਵਿੱਚ ਸਿਨਹਾ ਦੇ ਨਾਮ ਦੀ ਘੋਸ਼ਣਾ ਤੋਂ ਬਾਅਦ ਅਗਲੇ ਰਾਸ਼ਟਰਪਤੀ ਦੇ ਚੋਣਾਂ ਦੇ ਲਈ 18 ਜੁਲਾਈ ਨੂੰ ਜਿਹੜਾ ਹੈ ਉਹ ਮਤਦਾਨ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਰਾਸ਼ਟਰਪਤੀ ਚੋਣਾਂ ਦੇ ਲਈ ਜਿਹੜਾ ਨੋਮੀਨੇਸ਼ਨ ਭਰਨ ਦੀ ਪ੍ਰਕਿਰਿਆ ਹੈ 29 ਜੂਨ ਦਾ ਜਿਹੜਾ ਹੈ ਅੰਤਿਮ ਦਿਨ ਰੱਖਿਆ ਗਿਆ ਹੈ। ਜੇਕਰ द्रौपदी मुर्मू ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਸਭ ਤੋਂ ਨੌਜਵਾਨ ਰਾਸ਼ਟਰਪਤੀ ਬਣਨਗੀ। ਇਸ ਤੋਂ ਇਲਾਵਾ ਹਾਲੇ ਤੱਕ ਫਿਲਹਾਲ ਜਿਹੜੇ ਸਭ ਤੋਂ ਨੌਜਵਾਨ ਰਾਸ਼ਟਰਪਤੀ ਬਣਨ ਦਾ ਰਿਕਾਰਡ ਨੀਲਮ ਸੰਜੀਵ ਰੈੱਡੀ ਦੇ ਕੋਲ ਹੀ ਹੈ ਤੇ ਇਹ ਵੀ ਦੱਸ ਦਿੰਦੇ ਕਿ ਐਨਡੀਏ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ द्रौपदी मुर्मू 20 ਜੂਨ 1958 ਨੂੰ ਉੜੀਸਾ ਦੇ ਵਿੱਚ ਇੱਕ ਆदिवासी ਪਰਿਵਾਰ ਵਿੱਚ ਪੈਦਾ ਹੋਈ। ਉਹਨਾਂ ਨੇ ਰਾਮਾ ਦੇਵੀ ਵਿਮਨਸ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਉਸ ਤੋਂ ਬਾਅਦ द्रौपदी ਨੇ ਉੜੀਸਾ ਦੇ ਸਟੇਟ ਸਕੱਤਰ ਤੋਂ ਨੌਕਰੀ ਦੀ ਸ਼ੁਰੂਆਤ ਕੀਤੀ। ਉਹਨਾਂ ਦਾ ਵਿਆਹ ਸ਼ਾਮ ਚਰਨ ਮੁਰਮੂ ਦੇ ਨਾਲ ਹੋਇਆ ਹੈ। 1957 ਦੇ ਵਿੱਚ ਉਹਨਾਂ ਨੇ ਆਪਣੀ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਕੀਤੀ ਜਿੱਥੇ ਕਿ 1957 ਵਿੱਚ ਉਹ ਪਹਿਲੀ ਵਾਰ ਨਗਰ ਪੰਚਾਇਤ ਦਾ ਚੋਣ ਜਿੱਤ ਕੇ ਇੱਕ ਪਾਰਸ਼ਦ ਬਣੀ। 3 ਸਾਲ ਬਾਅਦ ਉਹ ਰਾਏਰੰਗਪੁਰ ਦੇ ਉਸੇ ਖੇਤਰ ਤੋਂ ਵਿਧਾਨ ਸਭਾ ਦੇ ਲਈ ਚੁਣੀ ਗਈ। ਜੇਕਰ ਮੁਰਮੂ ਜਿੱਤਦੀ ਹੈ ਤੇ ਉਹ ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ ਹੋਣਗੀ। ਪ੍ਰਤਿਭਾ ਦੇਵੀ ਸਿੰਘ ਪਾਟਿਲ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਸੀ। ਪਾਟਿਲ 2017 ਤੋਂ 2012 ਦੇ ਦੌਰਾਨ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੇ ਰਹੇ। ਮੁਰਮੂ ਦੀ ਤਰ੍ਹਾਂ ਪਾਟਿਲ ਵੀ ਰਾਜਪਾਲ ਦੇ ਅਹੁਦੇ ਤੇ ਰਹਿ ਚੁੱਕੀ ਹੈ। ਦੱਸ ਦਿੰਦੇ ਕਿ ਬੇहद ਅਹਿਮ ਇਹ ਚੋਣਾਂ ਹੋਣ ਵਾਲੀਆਂ ਨੇ। ਹਾਲਾਂਕਿ ਦੇਖਣਾ ਇਹ ਹੋਵੇਗਾ ਕਿ ਆਖਿਰ ਰਾਸ਼ਟਰਪਤੀ ਅਹੁਦੇ ਦੇ ਲਈ ਕੌਣ ਜਿੱਤ ਹਾਸਲ करता है। मित्रों, आज भारतीय जनता पार्टी की संसदीय बोर्ड की बैठक आदरणीय प्रधानमंत्री श्री नरेंद्र मोदी जी की उपस्थिति में और सभी संसदीय बोर्ड के सदस्यों के बीच में हमारी आज बैठक हुई और हम सब लोग जानते हैं कि 15 जून को राष्ट्रपति के चुनाव की अधिसूचना जारी हुई थी और उसी समय ये अधिकृत किया गया था पार्टी की ओर से कि हमारे वरिष्ठ नेता
भारत के रक्षा मंत्री श्री राजनाथ सिंह जी और मैं पार्टी के अध्यक्ष के रूप में विभिन्न घटक दलों से और हमारे जो यूपीए के पार्टियां हैं उनके नेता उनके साथ हम बातचीत करें और बातचीत करके राष्ट्रपति के चुनाव के लिए सर्वसम्मति बनाते हुए हम आगे बढ़ें। हमारे आदरणीय राजनाथ जी ने यूपीए के घटक दलों के नेताओं के साथ बातचीत की, कुछ के साथ उन्होंने बातचीत की, कुछ के साथ हमने बातचीत की। बातचीत का दौर चलता रहा, लेकिन कोई सर्वसम्मति पर आने की बात हो नहीं पाई और नामों की चर्चा के बारे में भी कोई सर्वसम्मति नहीं हो पाई। और आज हम जानते हैं कि यूपीए ने अपना राष्ट्रपति का प्रत्याशी घोषित कर दिया है। इसलिए आज की बैठक में हम सब लोग जो संसदीय बोर्ड के सदस्य थे, सब इस मत के आए कि भारतीय जनता पार्टी एनडीए अपने सभी घटक दलों के साथ बातचीत करते हुए हम राष्ट्रपति चुनाव के में अपना प्रत्याशी घोषित करें, क्योंकि यूपीए ने घोषित कर दिया। हम चाहते थे कि सर्वसम्मति से कैंडिडेट आए, क्योंकि राष्ट्रपति का चुनाव सर्वसम्मति से होता है तो अच्छा रहता है। लेकिन इस प्रकार का उन्होंने जब कैंडिडेट घोषित कर दिया तो हम लोगों ने आज बैठक में हमारे अपने एनडीए के घटक के लोगों के साथ बातचीत करते हुए और लगभग 20 नामों पर हमारे यहाँ लंबे दौर की चर्चा हुई और चर्चा में सब लोगों के साथ बातचीत करते हुए एक सर्वसम्मति इस बात पर बनी कि सभी नामों पर चर्चा हुई, विस्तृत चर्चा हुई, लेकिन कुल मिलाकर के ये बात सामने आई कि हमें प्रत्याशी के रूप में कोई पूर्व से ढूंढना चाहिए, भारत के पूर्वी क्षेत्र से ढूंढना चाहिए और हो सके और हमारा प्रयास हो महिला को हमको स्थान देना चाहिए। और आज तक कोई आदिवासी ट्राइबल प्रत्याशी राष्ट्रपति के रूप में नहीं आया है, इसलिए हमें ट्राइबल पर और पहली बार कोई ट्राइबल को भारतीय एनडीए की तरफ से हम कैंडिडेट बना सकेंगे, ऐसा संसदीय बोर्ड पार्लियामेंट्री बोर्ड का मत था। और इसलिए श्रीमती द्रौपदी मुर्मू इनको राष्ट्रपति का प्रत्याशी घोषित किया गया है।